सत श्री अकाल जी, बहुत बहुत स्वागत। तुसीं वेख रहे हो द पंजाब टॉक्स ਅਤੇ ਇਹ ਹੈ प्रोग्राम स्पैशल रिपोर्ट ਅਤੇ ਇਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਵਿਸ਼ੇਸ਼ ਰਿਪੋਰਟ ਦਾ ਇਹ ਤਾਜ਼ਾ ਅੰਕ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਤੱਕ ਪਹੁੰਚ ਰਿਹਾ ਹੈ ਦ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ। ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ, YouTube ਚੈਨਲ ਅਤੇ IPTV ਦੀ ਬ੍ਰੌਡਕਾਸਟ ਜ਼ਰੀਏ ਇਹ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਹੈ ਜਿਸ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਤੇ ਅੱਜ ਗੱਲਬਾਤ ਦਾ ਵਿਸ਼ਾ ਹੋਵੇਗਾ ਕਿਸਾਨਾਂ ਦਾ ਮਸਲਾ। ਜੋ ਤਾਜ਼ਾ ਇਸ ਸੰਬੰਧੀ ਗੱਲਬਾਤ ਹੋਈ ਹੈ ਤੇ ਜੋ ਕਿਸਾਨਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਹੈ ਉਸ ਦੀ ਗੱਲਬਾਤ ਕਰਾਂਗੇ ਅੱਜ ਦੇ ਇਸ ਤਾਜ਼ਾ ਅੰਕ ਵਿੱਚ। ਇਹਦੇ ਵੱਖ-ਵੱਖ ਪਹਿਲੂ ਤਾਜ਼ਾ ਜਾਣਕਾਰੀ ਸਮੇਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸੋ ਇਸ ਸਮੁੱਚੀ ਗੱਲਬਾਤ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸਮੁੱਚੇ ਸਮੇਂ ਦੌਰਾਨ। ਅੱਜ ਦੀ ਇਸ ਗੱਲਬਾਤ ਦੇ ਨਾਲ ਇਸੇ ਤਰ੍ਹਾਂ ਆਪਣਾ ਸਾਥ ਬਰਕਰਾਰ ਰੱਖਿਓ। ਕਿਸਾਨੀ ਮੰਗਾਂ ਦੀ ਤੇ ਕਿਸਾਨੀ ਸੰਘਰਸ਼ ਦੀ ਇਸ ਵੇਲੇ ਹੁਣ ਜੋ ਮੁੜ ਗੂੰਜ ਪੈਣ ਲੱਗੀ ਹੈ। ਦਿੱਲੀ ਵਿਖੇ ਕਿਸਾਨ ਅੰਦੋਲਨ ਲੱਗਾ ਸੀ ਅੱਜ ਤੋਂ 4 ਸਾਲ ਪਹਿਲਾਂ। ਸਾਲ 2020 ਦੇ ਮਗਰਲੇ ਦਿਨਾਂ ਦੌਰਾਨ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ। ਉਸੇ ਤਰੀਕੇ ਦਾ ਸੱਦਾ ਹੁਣ ਇੱਕ ਵਾਰ ਫੇਰ ਦੇ ਦਿੱਤਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨਗੀਆਂ, ਮਜ਼ਦੂਰ ਜਥੇਬੰਦੀਆਂ ਵੀ ਨਾਲ ਕੂਚ ਕਰਨਗੀਆਂ। ਇੱਕ ਮੀਟਿੰਗ ਹੋਈ ਹੈ ਹੁਣ ਪਿਛਲੇ ਦਿਨ, ਬਿਲਕੁਲ ਤਾਜ਼ਾ ਮੀਟਿੰਗ ਜਿਹੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ। ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਪਹਿਲ ਕਦਮੀ ਕੀਤੀ ਤੇ ਕੇਂਦਰੀ ਮੰਤਰੀ ਤੇ ਕੇਂਦਰੀ ਪੱਧਰ ਦੇ ਆਗੂ ਵੀ ਉਹਦੇ ਵਿੱਚ ਸ਼ਾਮਲ ਸਨ। ਇਸ ਮੀਟਿੰਗ ਦਾ ਪ੍ਰਮੁੱਖ ਮਕਸਦ ਇਹ ਸੀ ਕਿ ਇਹ ਜੋ ਆਉਣ ਵਾਲੇ ਦਿਨਾਂ ਦਾ ਸੰਘਰਸ਼ ਹੈ ਜਾਂ ਦਿੱਲੀ ਅੰਦੋਲਨ ਭਾਗ ਦੂਜਾ ਜਾਂ ਦਿੱਲੀ ਵੱਲ ਕੂਚ ਕਰਨ ਦਾ ਜੋ ਐਲਾਨ ਹੋਇਆ ਉਸ ਸੰਬੰਧੀ ਗੱਲਬਾਤ ਕੀਤੀ ਜਾ ਸਕੇ ਤੇ ਕੋਈ ਹੱਲ ਕੱਢਿਆ ਜਾ ਸਕੇ। ਕਿਸਾਨੀ ਮੰਗਾਂ ਉੱਤੇ ਚਰਚਾ ਹੋਈ। ਇਸ ਮੀਟਿੰਗ ਵਿੱਚੋਂ ਕੀ ਨਿਕਲਿਆ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਇਹ ਜੋ ਆਉਂਦੇ ਦਿਨਾਂ ਦਾ ਪ੍ਰੋਗਰਾਮ ਹੈ ਇਹਦੇ ਸੰਬੰਧੀ ਕੀ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਅੱਜ ਦੀ ਇਸੇ ਗੱਲਬਾਤ ਵਿੱਚ ਪ੍ਰਮੁੱਖ ਵਿਸ਼ੇ ਵਜੋਂ। ਕਿਉਂਕਿ ਕਿਸਾਨੀ ਸੰਘਰਸ਼, ਕਿਸਾਨੀ ਅੰਦੋਲਨ ਦਾ ਜਿਹੜਾ ਇਹ ਮੁੱਦਾ ਆ ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਵੀ ਕਿਸਾਨੀ ਮੰਗਾਂ ਦੀ ਗੂੰਜ ਲਗਾਤਾਰ ਪੈਂਦੀ ਰਹੀ ਹੈ ਤੇ ਇਸੇ ਵਿਸ਼ੇ ਨੂੰ ਆਪਾਂ ਤਫਸੀਲ ਵਿੱਚ ਸਮਝਾਂਗੇ ਅੱਜ ਦੀ ਇਸੇ ਗੱਲਬਾਤ ਦੌਰਾਨ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ। ਸੋ ਇਸ ਸਮੁੱਚੀ ਗੱਲਬਾਤ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਸਮੁੱਚੇ ਸਮੇਂ ਦੌਰਾਨ ਜੁੜੇ ਰਹਿਣਾ। ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਵਾਰ ਫਿਰ ਸੰਘਰਸ਼ ਦੀ ਤਿਆਰੀ ਹੋ ਰਹੀ ਹੈ। ਪਿਛਲੇ ਸਾਲ ਦੇ ਮਗਰਲੇ ਮਹੀਨਿਆਂ ਤੋਂ ਹੀ ਵੈਸੇ ਤਾਂ ਹੋ ਰਹੀ ਹੈ ਤੇ ਉਦੋਂ ਤੋਂ ਹੀ ਫਰਵਰੀ ਤੱਕ ਦਾ ਪ੍ਰੋਗਰਾਮ ਦੇ ਦਿੱਤਾ ਗਿਆ ਸੀ ਤੇ ਇਸੇ ਤਹਿਤ ਐਲਾਨ ਹੋਇਆ ਸੀ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਮੁੜ ਤੋਂ। ਤੇ ਉਸ ਤੋਂ ਐਨ ਪਹਿਲਾਂ ਜਿੱਥੇ ਜਥੇਬੰਦੀਆਂ ਦੀ ਤਿਆਰੀ ਚੱਲ ਰਹੀ ਸੀ ਉੱਥੇ ਮੀਟਿੰਗ ਹੋਈ ਹੈ ਚੰਡੀਗੜ੍ਹ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਕਦਮੀ ਉੱਤੇ ਇਹ ਮੀਟਿੰਗ ਹੋਈ ਜਿਸ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ, ਕੇਂਦਰੀ ਰਾਜ ਮੰਤਰੀ ਵੀ ਮੌਜੂਦ ਸਨ, ਕੁਝ ਅਧਿਕਾਰੀ ਵੀ ਮੌਜੂਦ ਸਨ ਤੇ ਦਿੱਲੀ ਦੇ ਆਗੂ ਪੰਜਾਬ ਆਏ ਚੰਡੀਗੜ੍ਹ ਵਿਖੇ। ਪੰਜਾਬ ਦੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਗੱਲਬਾਤ ਹੋਈ। ਜੋ ਕਿਸਾਨਾਂ ਦੀਆਂ ਮੰਗਾਂ ਸਨ ਉਹਨਾਂ ਉੱਪਰ ਚਰਚਾ ਹੋਈ। ਕੁਝ ਚੀਜ਼ਾਂ ਦਾ ਹੱਲ ਕੱਢਣ ਦੀ ਜਾਂ ਆਮ ਸਹਿਮਤੀ ਬਣਾਉਣ ਦੀ ਗੱਲ ਵੀ ਇਹਦੇ ਉੱਤੇ ਹੋਈ। ਕੁਝ ਚੀਜ਼ਾਂ ਉੱਤੇ ਸਹਿਮਤੀ ਬਣੀ ਵੀ ਹੈ। ਕੁੱਲ ਮਿਲਾ ਕੇ ਇਹ ਮੀਟਿੰਗ ਜਿਹੜੀ ਆ ਸੁਖਾਵੇਂ ਮਾਹੌਲ 'ਚ ਹੋਈ ਦੱਸੀ ਜਾਂਦੀ ਹੈ। ਕਾਫੀ ਚੀਜ਼ਾਂ ਉੱਤੇ ਸਹਿਮਤੀ ਬਣੀ ਹੈ, ਜਿਵੇਂ ਕਿ ਜੋ ਮਾਮਲੇ ਦਰਜ ਕੀਤੇ ਗਏ ਸੀ ਕਿਸਾਨਾਂ ਉੱਤੇ ਕਿਸਾਨੀ ਅੰਦੋਲਨ ਦੇ ਦਿਨਾਂ ਦੌਰਾਨ, ਦਿੱਲੀ ਵਿਖੇ ਲੱਗੇ ਕਿਸਾਨੀ ਮੋਰਚੇ ਦੇ ਦਿਨਾਂ ਦੌਰਾਨ, ਉਹਨਾਂ ਨੂੰ ਵਾਪਸ ਲਏ ਜਾਣ ਦੀ ਗੱਲ ਮੁੜ ਤੋਂ ਹੋਈ ਹੈ ਤੇ ਕਈ ਹੋਰ ਕਿਸਾਨੀ ਮੰਗਾਂ ਉੱਤੇ ਸਹਿਮਤੀ ਬਣੀ ਤਾਂ ਹੈ। ਪਰ ਇਸ ਮੀਟਿੰਗ ਦੀ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ 13 ਫਰਵਰੀ ਦਾ, ਉਸ ਨੂੰ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ ਕਾਇਮ ਰੱਖਿਆ। ਭਾਵ ਕਿ ਉਸ ਨੂੰ ਵਾਪਸ ਨਹੀਂ ਲਿਆ ਗਿਆ, ਉਸ ਮੁਤਾਬਕ ਹੀ ਤਿਆਰੀਆਂ ਚੱਲਦੀਆਂ ਵਿਖਾਈ ਦਿੱਤੀਆਂ ਨੇ। ਬਾਕੀ ਚੀਜ਼ਾਂ ਉੱਪਰ ਗੱਲਬਾਤ ਹੋਈ ਹੈ, ਕੁਝ ਚੀਜ਼ਾਂ ਉੱਪਰ ਸਹਿਮਤੀ ਬਣੀ ਹੈ, ਪਰ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਥੇਬੰਦੀਆਂ ਦਾ ਕਹਿਣਾ ਹੈ ਕਿ 13 ਫਰਵਰੀ ਦਾ ਪ੍ਰੋਗਰਾਮ ਜਿਹੜਾ ਉਹਨਾਂ ਦਾ ਪਹਿਲਾਂ ਵਾਂਗ ਹੀ ਬਰਕਰਾਰ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਉਸੇ ਤਰ੍ਹਾਂ ਅੱਗੇ ਤੋਰਿਆ ਜਾਵੇਗਾ। ਹੁਣ ਇਹ ਇੱਕ ਵੱਡੀ ਇੱਕ ਦਿਲਚਸਪ ਚੀਜ਼ ਹੈ ਇਸ ਪੂਰੇ ਮਾਹੌਲ ਵਿੱਚ ਕਿ
कुछ चीज़ों उपर सहमति बनी है तो कुछ चीज़ों उपर हाले गलबात होर होंदे रहन की संभावना है। सो इस प्रोग्राम संबंधी तो हुण तक गल यही सामने आई है कि 13 फरवरी का जो सद्दा दिता गया वो पहला वांग कायम है तो इस मुताबक तैयारियां भी चल रही ने। हुण गल जो तैयारियां की होंदी है तो किसान मजदूर जथेबंदियां वालों लगातार पिंड पद्धर उत्ते सद्दे दिते जा रहे हैं कि किसानां मजदूरां दियां जो बाकी रहिंदियां मंगां ने, बकाया मंगां ने, उन्हां दी प्राप्ति लई संघर्ष जिहड़ा उसनूं मुड़ दिल्ली वल तोरिया जावे। तो गल ये भी होंदी रही है कि किसान अंदोलन 2, किसान अंदोलन भाग दूजा वर्गी तैयारी की जा रही है। उस तरह दिल्ली दियां बरूहां तक पहुँचया जाएगा तो किसानी मंगां दी गल जिहड़ी आ वो कौमी पद्धर उत्ते उठाई जाएगी। ये चीज़ लगातार किसान जथेबंदियां वालों, मजदूर जथेबंदियां वालों कही जाती रही है। ਵੱਖ-ਵੱਖ किसानी मजदूर यूनीयन दियां जो मंगां ने उन्होंने सूबा सरकार ते केंद्र सरकार दोहां दे मूहरे रखिया जाता रहा है। तो खासकर दिल्ली तो जदों अंदोलन की समाप्ति तो बाद वापसी हुई सी तो उस वेले दी जिहड़ियां रहिंदियां मंगां ने जिन्हां संबंधी हाले भी कहा जाता है कि उन्हां दी पूर्ति हाले होनी बाकी है, उन्हां चीज़ां नूं दोबारा उठाया जाएगा। तो इस संबंधी जिथे किसान मजदूर जथेबंदियां वालों तैयारी की जा रही है उत्थे ही नाल दी नाल तैयारी दिल्ली पुलिस प्रशासन वालों भी हो रही है। तो 4 दिन पहला ही ਵੱਖ-ਵੱਖ ट्रैफिक रूट डाइवर्ट करन अते बैरीकेडिंग का काम शुरू हो गया। खास तौर पर हरियाणा, दिल्ली तो दिल्ली तो राजस्थान के नाल जिहड़े सरहदी इलाके ने तो जो एंट्री पॉइंट ने उन्हां उत्ते भी काफ़ी थावां उत्ते पुलिस प्रशासन मुस्तैद नज़र आ रहा है। सो कानून व्यवस्था बनाए रखने की भी गल नालों नाल हो रही है। तो तैयारियां जिथे किसान मजदूर जथेबंदियां दियां ने उत्तरी भारत समेत देश के होरनां हिस्सियां तो भी उन्हां दे आउण दी जो गल कही जा रही है, इस तरह दिल्ली पुलिस प्रशासन वालों भी अपनी तैयारी नालों नाल की जा रही है। सो तैयारियां दोहां बन्ने चल रही ने। तो हुण वेखना है कि 13 तरीक का जो सद्दा दिता गया उस मौके किहो जिहे दृश्य बनते हैं, की कवायद होंदी है, कि उस तो पहलां गलबात का कोई होर दौर भी चलता है जां कोई होर पहलकदमी होंदी है कि गलबात राहीं मसले का हल हो कढ़ लिया जाए जां किसी होर साझे नुकते उत्ते कोई गल बनती है, कोई सहमति बनती है। ये भी एक नुकता है जो आउंदे दिनां दौरान वेखण वाला होवेगा। सो काफ़ी कुछ इस बन्ने आउंदे दिनां दौरान खासकर 13 फरवरी तक गहमा गहमी बनी रहने की संभावना है, क्योंकि किसान जथेबंदियां वालों इस संबंधी सद्दा दिता गया सी किसान अंदोलन 2 का मुड़ दिल्ली कूच करन दा, जिसकी गूंज जिवें कि आपां पहिलां भी जिक्र किया पिछले साल तो ही पै रही है। पिछले साल के मगरले महीनों तो ही फरवरी तक के प्रोग्राम दे दिते गए हैं। तो उस तहत 13 फरवरी का यह प्रोग्राम उलीकिया गया सी, दी कॉल दी गई सी। सो इसी गल किसान जथेबंदियां दे संघर्ष की इस मुद्दे हो रही ताज़ा गलबात की तो जो ताज़ा कवायद हो रही है, मीटिंग भी हुई है, कुछ चीज़ों उत्ते सहमति बनी है, पर 13 तरीक का प्रोग्राम जिहड़ा वो वड्डा प्रोग्राम हाले भी कायम नज़र आता है। किसान जथेबंदियां मजदूर जथेबंदियां दे ताज़ा प्रोग्राम की जिस तहत 13 फरवरी नूं दिल्ली कूच करन दा सद्दा दिता गया सी, वो सद्दा ते वो प्रोग्राम जिहड़े पिछले साल तो ही चर्चा विच आउणे शुरू हो गए सी। ते किसान जथेबंदियां वालों जो एके दी कवायद आरंभी गई सी वो भी नज़र आ रही है। कुछ 1-2 जथेबंदियां ते आगू हाले विच आउणे बाकी ने, बाकियां वालों लगभग मुड़ एका किया गया। तो इस एके की कवायद भी लंबे समय तो चल रही सी, क्योंकि किसान धिरां नूं भी शायद इस गल का एहसास हो गया सी कि उन्हां दे एके विच ना होण कारण गल किसी बन्ने तुरदी विखाई नहीं दे रही सी। तो जेकर उन्हां दियां मंगां संबंधी गल वड्डे पद्धर उत्ते होनी सी तो उहदे लई उन्हां दा इकट्ठे होना भी जरूरी सी। तो शायद इसे करके वो मुड़ तो इकट्ठे भी होंदे हुए नज़र आ रहे हैं। तो इसे एके तहत मीटिंग भी हुई चंडीगढ़ विखे, ताज़ा मीटिंग, कुछ मुद्दों पर सहमति बनी। तो इसके बावजूद जिहड़ा दिल्ली कूच का प्रोग्राम ते सद्दा दिता गया सी उसनूं भी कायम रखा गया। इस तो इलावा गल जेकर देश पद्धर उत्ते अर्थचारे की होवे, इकोनॉमी की होवे, तो इसनूं लैके पिछले दिनी एक वड्डी कवायद ये हुई कि जिथे केंद्र सरकार वालों
ਪਾਰਲੀਮੈਂਟ ਦੇ ਬਜਟ ਸੈਸ਼ਨ ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਗਿਆ, ਉਹਨੂੰ ਪੇਸ਼ ਕਰਨ ਦੀ ਕਾਰਵਾਈ ਹੋ ਚੁੱਕੀ ਹੈ। ਨਾਲ ਦੀ ਨਾਲ ਇੱਕ ਵਾਈਟ ਪੇਪਰ ਵੀ ਜਾਰੀ ਕੀਤਾ ਗਿਆ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ UPA ਸਰਕਾਰ ਦੇ ਕਾਰਜਕਾਲ ਸੰਬੰਧੀ, ਤੇ ਕਿਵੇਂ ਇਹ ਦਾਅਵਾ ਕੀਤਾ ਗਿਆ ਕਿ ਪਿਛਲੀ ਸਰਕਾਰ ਵੇਲੇ ਅਰਥਚਾਰਾ ਡਾਵਾਡੋਲ ਹੋਇਆ, ਜਦਕਿ ਜਿਹੜੀ ਮੌਜੂਦਾ ਸਰਕਾਰ ਆ ਭਾਜਪਾ ਦੀ ਅਗਵਾਈ ਵਾਲੀ ਉਸਨੇ ਅਰਥਚਾਰੇ ਨੂੰ ਟੌਪ 5 ਵਿੱਚ ਲਿਆਂਦਾ, ਸਿਖਰਲੇ 5 ਵਿੱਚ ਲਿਆਂਦਾ। ਇਸ ਗੱਲ ਦਾ ਦਾਅਵਾ ਵੀ ਪਾਰਲੀਮੈਂਟ ਵਿੱਚ ਕੀਤਾ ਗਿਆ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਇਸ ਗੱਲਬਾਤ ਵਿੱਚ ਪ੍ਰਮੁੱਖ ਤੌਰ ਤੇ ਨਜ਼ਰ ਆਏ। ਦੂਜੇ ਬੰਨੇ ਜਦੋਂ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਵਾਈਟ ਪੇਪਰ ਲਿਆਂਦਾ ਗਿਆ UPA ਸਰਕਾਰ ਸੰਬੰਧੀ, ਤਾਂ ਉਸ ਵੇਲੇ ਕਾਂਗਰਸ ਨੇ ਵੀ ਇੱਕ ਪੇਪਰ ਲਿਆਂਦਾ, ਉਹਨਾਂ ਨੇ ਬਲੈਕ ਪੇਪਰ ਲਿਆਂਦਾ ਮੌਜੂਦਾ ਸਰਕਾਰ ਸੰਬੰਧੀ, ਤੇ ਉਹਨਾਂ ਨੇ ਮੌਜੂਦਾ ਸਰਕਾਰ ਦੀਆਂ ਕਥਿਤ ਨਾਕਾਮੀਆਂ ਇਹਦੇ ਵਿੱਚ ਗਿਣਾਈਆਂ ਨੇ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ, ਪ੍ਰਿੰਕਾ ਗਾਂਧੀ ਵਾਡਰਾ ਤੇ ਹੋਰ ਸੀਨੀਅਰ ਆਗੂਆਂ ਨੇ ਇਹ ਬਲੈਕ ਪੇਪਰ ਜਾਰੀ ਕੀਤਾ। ਸੋ ਇਹ ਵੀ ਇੱਕ ਬੜੀ ਵੇਖਣ ਵਾਲੀ ਸਥਿਤੀ ਸੀ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਇੱਕ ਬੰਨੇ ਵਾਈਟ ਪੇਪਰ ਜਾਰੀ ਹੋ ਰਿਹਾ ਸੀ ਕਾਂਗਰਸ ਅਤੇ UPA ਸੰਬੰਧੀ, ਠੀਕ ਉਸੇ ਸਮੇਂ ਕਾਂਗਰਸ ਵੱਲੋਂ ਭਾਜਪਾ ਤੇ NDA ਸੰਬੰਧੀ ਬਲੈਕ ਪੇਪਰ ਜਾਰੀ ਕੀਤਾ ਗਿਆ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ। ਦੋਹਾਂ ਨੇ ਇੱਕ ਦੂਜੇ ਉੱਪਰ ਇਹਨਾਂ ਪੇਪਰਾਂ ਜ਼ਰੀਏ ਨਿਸ਼ਾਨਾ ਲਾਇਆ, ਇੱਕ ਵਾਈਟ ਪੇਪਰ ਤੇ ਦੂਜਾ ਬਲੈਕ ਪੇਪਰ। ਇਸ ਦਾ ਕੀ ਅਸਰ ਪੈਂਦਾ ਲੋਕਾਂ ਉੱਤੇ? ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਕਵਾਇਦ ਹੈ, ਇਹ ਵੀ ਇੱਕ ਵੇਖਣ ਵਾਲੀ ਚੀਜ਼ ਹੋਵੇਗੀ। ਇਸ ਤੋਂ ਇਲਾਵਾ ਜਦੋਂ ਗੱਲ ਅਰਥਚਾਰੇ ਅਤੇ ਲੋਕਤੰਤਰ ਦੀ ਹੋ ਰਹੀ ਸੀ ਤਾਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ, ਉਹਨਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਦੀ ਸ਼ਲਾਘਾ ਕੀਤੀ ਕਿ ਲੋਕਤੰਤਰ ਦੀ ਜਦੋਂ ਵੀ ਗੱਲ ਹੋਵੇਗੀ ਤਾਂ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਨਾਂ ਸ਼ਲਾਘਾਯੋਗ ਅੰਦਾਜ਼ ਵਿੱਚ ਲਿਆ ਜਾਵੇਗਾ। ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਬੀਤੇ ਦਿਨੀ ਕੀਤਾ। ਇਸ ਤੋਂ ਇਲਾਵਾ ਦਿੱਲੀ ਵਿੱਚ ਆਬਕਾਰੀ ਨੀਤੀ ਦਾ ਮਾਮਲਾ ਲਗਾਤਾਰ ਗੂੰਜ ਰਿਹਾ ਹੈ ਤੇ ਦਿੱਲੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਇਸ ਮੁੱਦੇ ਉੱਤੇ ਕਾਫੀ ਘਿਰ ਰਹੀ ਲੱਗਦੀ ਹੈ, ਮੁਸ਼ਕਿਲਾਤ ਵਧ ਰਹੀਆਂ ਲੱਗਦੀਆਂ ਨੇ। ਤੇ ਇਸ ਦਰਮਿਆਨ ਦਿੱਲੀ ਵਿੱਚ ਜੰਤਰ ਮੰਤਰ ਵਿਖੇ ਲੋਕਤੰਤਰ ਬਚਾਉਣ ਦੇ ਨਾਂ 'ਤੇ ਇੱਕ ਰੋਸ ਪ੍ਰਦਰਸ਼ਨ, ਇੱਕ ਇਕੱਠ ਤੇ ਵੱਖ-ਵੱਖ ਆਗੂਆਂ ਦੀ ਮੌਜੂਦਗੀ ਵਾਲਾ ਸਮਾਗਮ ਵੀ ਹੋਇਆ, ਜਿਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਅਤੇ ਕੇਰਲਾ ਸੂਬੇ ਤੋਂ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਤੇ ਇਸ ਮੌਕੇ ਪ੍ਰਮੁੱਖ ਨਿਸ਼ਾਨਾ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲ ਲੱਗਿਆ ਤੇ ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦਾ ਤਾਂ ਜਨਮ ਹੀ ਇੱਥੋਂ ਹੋਇਆ ਸੀ, ਜੰਤਰ ਮੰਤਰ ਤੋਂ। ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਵੀ ਕੁਝ ਇਹੋ ਜਿਹਾ ਜ਼ਿਕਰ ਕੀਤਾ ਅਤੇ ਇੱਕ ਤਰੀਕੇ ਨਾਲ ਇਕੱਠ ਕੀਤਾ ਗਿਆ ਵਿਰੋਧੀ ਧਿਰਾਂ ਦਾ, ਜੋ ਕੇਂਦਰ ਦੀਆਂ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਹੋਈਆਂ ਇਸ ਮੰਚ ਉੱਤੇ ਤੇ ਉਹਨਾਂ ਨੇ ਆਪੋ ਆਪਣੀ ਗੱਲ ਜਿਹੜੀ ਆ ਉਹ ਸਭ ਦੇ ਸਾਹਮਣੇ ਇਸ ਗੱਲਬਾਤ ਇਸ ਮੰਚ ਜ਼ਰੀਏ ਰੱਖੀ ਹੈ। ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਵੱਲ ਆਈਏ ਤਾਂ ਇੱਥੇ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਸੁਰਖੀਆਂ ਵਿੱਚ ਹੈ। ਉਹਨਾਂ ਨੇ ਇੱਕ ਵਾਰ ਫਿਰ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੀ ਗੱਲ ਰੱਖੀ ਹੈ ਤੇ ਫਿਰ ਇਹੀ ਕਿਹਾ ਕਿ ਇਸ਼ਾਰਿਆਂ ਵਿੱਚ ਇਹ ਕਿਹਾ ਕਿ ਉਹਨਾਂ ਦੇ ਖਿਲਾਫ ਜੋ ਗੱਲਾਂ ਹੋ ਰਹੀਆਂ ਨੇ ਉਹਨਾਂ ਨੂੰ ਉਹ ਚੁੱਪ-ਚਾਪ ਸੁਣ ਰਹੇ ਨੇ ਤੇ ਜਵਾਬ ਦੇਣ ਦਾ ਕੰਮ ਉਹਨਾਂ ਨੇ ਵਕਤ ਦੇ ਉੱਪਰ ਛੱਡ ਦਿੱਤਾ, ਸਮਾਂ ਆਪਣੇ ਆਪ ਜਵਾਬ ਦਊਗਾ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਭਾਜਪਾ ਸੰਬੰਧੀ ਜੋ ਬਿਆਨ ਆਇਆ ਸੀ ਉਸਨੇ ਵੀ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਸੀ, ਜਿਹਦੇ ਵਿੱਚ ਸਿੱਧੂ ਹੋਰਾਂ ਨੇ ਇਹ ਕਿਹਾ ਸੀ ਕਿ ਉਹਨਾਂ ਦੀ ਭਾਜਪਾ ਦੇ ਨਾਲ ਕੋਈ ਲੜਾਈ ਨਹੀਂ, ਬਲਕਿ ਭਾਜਪਾ ਵੱਲੋਂ ਬਾਦਲਾਂ ਦੇ ਨਾਲ ਜਦੋਂ ਸਾਂਝ ਪਾਈ ਗਈ ਤਾਂ ਉਸ ਤੋਂ ਉਹਨਾਂ ਨੂੰ ਇਹ ਚੀਜ਼ ਨਾਗਵਾਰਾ ਲੱਗੀ ਸੀ। ਸੋ ਸਿੱਧੂ ਨੇ ਫਿਲਹਾਲ ਇਹ ਤਾਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ, ਪਰ ਇਹ ਸੰਕੇਤ ਵੀ ਸਾਫ਼ ਨਜ਼ਰ ਆਉਂਦੇ ਨੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਕੋਈ ਉਹਨਾਂ ਦੀ ਲੜਾਈ ਨਹੀਂ, ਤਾਂ ਇੱਥੋਂ ਇਹ ਵੀ ਭਾਵ ਕੱਢੇ ਜਾ ਰਹੇ ਨੇ ਕਿ ਆਉਂਦੇ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਭਵਿੱਖ ਸੰਬੰਧੀ ਕੋਈ ਫੈਸਲਾ ਲੈ ਸਕਦੇ ਨੇ, ਜਿਹਦੇ ਸੰਬੰਧੀ ਕਿਆਸ ਰਾਈਆਂ ਚੱਲ ਰਹੀਆਂ ਨੇ। ਆਉਂਦੇ ਦਿਨ ਹੀ ਕਾਂਗਰਸ ਦੀ ਇਸ ਸੰਬੰਧੀ ਗੱਲਬਾਤ ਹੋਣੀ ਹੈ ਤੇ ਵੇਖਣਾ ਹੈ ਕਿ ਇਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਕੀ ਭੂਮਿਕਾ ਹੁੰਦੀ ਹੈ ਜਾਂ ਉਹਨਾਂ ਸੰਬੰਧੀ ਕੀ ਗੱਲਬਾਤ ਸਾਹਮਣੇ ਆਉਂਦੀ ਹੈ। ਤੇ ਨਾਲ ਦੀ ਨਾਲ ਤੁਹਾਨੂੰ ਪੰਜਾਬ ਦੀ ਸਿਆਸਤ ਤੇ ਗੁਆਂਢੀ ਸੂਬੇ ਹਰਿਆਣੇ ਨਾਲ ਸੰਬੰਧਿਤ ਮੁੱਦੇ ਦੀ ਜਾਣਕਾਰੀ ਦਈਏ ਕਿ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜੋ ਚੋਣਾਂ ਦਾ ਐਲਾਨ ਹੋਇਆ ਸੀ, ਸੋ ਹੁਣ ਇਹਦੇ ਪਿੱਛੇ ਜੋ ਇਹ ਤਰੀਕ ਮੁੜ ਬਦਲੇ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਵੱਡੀ ਗੱਲ ਇਹ ਹੈ ਕਿ ਜਿੱਦਣ ਚੋਣਾਂ ਦਾ ਐਲਾਨ ਹੋਇਆ ਉਸ ਤੋਂ ਅਗਲੇ ਹੀ ਦਿਨ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ।
6 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਤੇ ਐਲਾਨ ਹੋਣ ਤੋਂ ਅਗਲੇ ਹੀ ਦਿਨ ਇਹ ਮੁਲਤਵੀ ਕਰ ਦਿੱਤੀਆਂ ਗਈਆਂ। ਨਵੀਂ ਤਰੀਕ ਫਿਲਹਾਲ ਕੋਈ ਦੱਸੀ ਨਹੀਂ ਗਈ। ਕਾਰਨ ਫਿਲਹਾਲ ਇਹ ਦੱਸਿਆ ਗਿਆ ਕਿ ਹਰਿਆਣੇ ਵਿੱਚ ਸਕੂਲਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੇ, ਇਸ ਕਰਕੇ ਇਹਨਾਂ ਚੋਣਾਂ ਨੂੰ ਮੁਲਤਵੀ ਕੀਤਾ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਚੋਣਾਂ ਦਾ ਐਲਾਨ ਹੋਇਆ ਸੀ ਕਿ ਉਸ ਵੇਲੇ ਇਸ ਚੀਜ਼ ਦਾ ਧਿਆਨ ਨਹੀਂ ਸੀ ਰੱਖਿਆ ਗਿਆ ਕਿ ਸਕੂਲਾਂ ਵਿੱਚ ਉਹਨਾਂ ਦਿਨਾਂ ਦੌਰਾਨ ਪ੍ਰੀਖਿਆਵਾਂ ਨੇ। ਸੋ ਇਹ ਵੀ ਇੱਕ ਸਵਾਲ ਉੱਠਦਾ ਹੈ। ਅਤੇ ਨਾਲ ਦੀ ਨਾਲ ਕਿਉਂਕਿ ਹਰਿਆਣੇ ਦੀ ਵੱਖਰੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਸੀ ਅਤੇ ਹੁਣ ਜਦੋਂ ਵੱਖਰੀ ਕਮੇਟੀ ਬਣੀ ਗਈ ਤਾਂ ਉਹਦੀਆਂ ਪਹਿਲੀਆਂ ਚੋਣਾਂ ਹੋਣੀਆਂ ਸੀ। ਪਿਛਲੇ ਸਾਲ ਤੁਹਾਨੂੰ ਯਾਦ ਹੋਣਾ ਕਿ ਇਸ ਸੰਬੰਧੀ ਗੱਲ ਸਾਹਮਣੇ ਆਈ ਸੀ ਅਤੇ ਹੁਣ ਪਹਿਲੀ ਵਾਰ ਹਰਿਆਣੇ ਦੀ ਵੱਖਰੀ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ। ਉਹਨਾਂ ਚੋਣਾਂ ਦਾ ਮੁਲਤਵੀ ਹੋਣਾ ਇਸ ਗੱਲ ਨੂੰ ਵੀ ਹਵਾ ਦੇ ਗਿਆ ਕਿ ਕੀ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਈ ਗੱਲਬਾਤ ਹੋ ਰਹੀ ਹੈ ਜਾਂ ਦੋਵੇਂ ਤਰ੍ਹਾਂ ਇਕੱਠੀਆਂ ਹੋ ਸਕਦੀਆਂ ਨੇ। ਇਹਦੀਆਂ ਚਰਚਾਵਾਂ ਸਿਆਸੀ ਬਾਜ਼ਾਰ ਵਿੱਚ ਫਿਰ ਚੱਲਣ ਲੱਗੀਆਂ ਨੇ। ਪਰ ਫਿਲਹਾਲ ਇੰਨੀ ਚੀਜ਼ ਸਪਸ਼ਟ ਹੋ ਚੁੱਕੀ ਹੈ ਅਧਿਕਾਰਤ ਤੌਰ 'ਤੇ ਕਿ ਹਰਿਆਣੇ ਦੀ ਵੱਖਰੀ ਕਮੇਟੀ ਲਈ ਚੋਣਾਂ ਜਿਨ੍ਹਾਂ ਦਾ ਐਲਾਨ ਹੋਇਆ ਸੀ ਉਹ ਹੁਣ ਮੁਲਤਵੀ ਹੋ ਗਈਆਂ ਨੇ। ਸੋ ਇਹ ਇੱਕ ਮੁੱਦਾ ਹੈ। ਨਾਲ ਦੀ ਨਾਲ ਪੰਜਾਬ ਤੋਂ ਬਾਹਰ ਧਾਰਮਿਕ ਪੱਧਰ ਦਾ ਮਸਲਾ ਜਿਹੜਾ ਮਹਾਰਾਸ਼ਟਰ ਸੂਬੇ ਵਿੱਚ ਉੱਥੋਂ ਦੀ ਸਰਕਾਰ ਨੇ ਜੋ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਕੀ ਕਮੇਟੀ ਵਿੱਚ ਕੁਝ ਤਬਦੀਲੀਆਂ ਕਰਨ ਸੰਬੰਧੀ ਜੋ ਇੱਕ ਮਤਾ ਲਿਆਂਦਾ ਪਾਸ ਕੀਤਾ ਅਤੇ ਇਹਦੇ ਵਿੱਚ ਤਬਦੀਲੀਆਂ ਕੀਤੀਆਂ, ਉਸ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਸੰਬੰਧੀ ਬਿਆਨ ਦਿੱਤਾ ਗਿਆ ਹੈ ਕਿ ਉੱਥੋਂ ਦੀ ਸਰਕਾਰ ਜਿਹੜੀ ਆ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜੋ ਤਬਦੀਲੀ ਉੱਥੋਂ ਦੀ ਸਰਕਾਰ ਵੱਲੋਂ ਕੀਤੀ ਗਈ ਹੈ ਉਸ ਰਾਹੀਂ ਪ੍ਰਬੰਧਕੀ ਕਮੇਟੀ ਵਿੱਚ ਸਰਕਾਰੀ ਨੁਮਾਇੰਦਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਸਿੱਖ ਸੰਸਥਾਵਾਂ ਦੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਹੋਰ ਵੀ ਘਟਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ ਹੈ ਅਤੇ ਇਸ ਸੰਬੰਧੀ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ ਲਿਖ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ। ਸੋ ਇਹ ਵੀ ਇੱਕ ਮੁੱਦਾ ਜਿਹੜਾ ਉਹ ਇਸ ਵੇਲੇ ਕਾਫੀ ਭਖਦਾ ਹੋਇਆ ਵਿਖਾਈ ਦੇ ਰਿਹਾ ਹੈ। ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਪ੍ਰਬੰਧਕੀ ਕਮੇਟੀ ਦਾ ਮਾਮਲਾ, ਇਹਨਾਂ ਸਾਰੇ ਮਾਮਲਿਆਂ ਸੰਬੰਧੀ ਆਉਂਦੇ ਦਿਨਾਂ ਦੌਰਾਨ ਵੀ ਕਾਫੀ ਕੁਝ ਹੁੰਦਾ ਰਹਿਣ ਦੀ ਸੰਭਾਵਨਾ ਹੈ ਅਤੇ ਜਿਵੇਂ ਹੀ ਕੋਈ ਗੱਲ ਆਉਂਦੀ ਹੈ ਉਸ ਨੂੰ ਆਉਂਦੇ ਦਿਨਾਂ ਦੌਰਾਨ ਵੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਪੰਜਾਬ ਵਿੱਚ ਹੁਣ ਵੱਖ-ਵੱਖ ਵਸਤਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਹੁੰਦੇ ਬੀਮੇ ਯਾਨੀ ਕਿ ਇੰਸ਼ੋਰੈਂਸ ਦੇ ਦਾਇਰੇ ਨੂੰ ਹੋਰ ਵਧਾਇਆ ਜਾ ਰਿਹਾ ਹੈ ਅਤੇ ਪਹਿਲੀ ਵਾਰ ਹੋ ਰਿਹਾ ਹੈ ਕਿ ਸੂਬੇ ਵਿੱਚ ਪਸ਼ੂ ਧਨ ਯਾਨੀ ਕਿ ਪਾਲਤੂ ਜੀਵਾਂ ਸੰਬੰਧੀ ਵੀ ਬੀਮਾ ਯੋਜਨਾ ਲਿਆਂਦੀ ਜਾ ਰਹੀ ਹੈ ਅਤੇ ਇਸ ਦਾ ਆਗਾਜ਼ ਵੱਡੇ ਪੱਧਰ ਉੱਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦਰਅਸਲ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਖਾਸ ਕਰ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਪਸ਼ੂ ਧਨ ਦਾ ਕਾਫੀ ਨੁਕਸਾਨ ਹੋਇਆ ਸੀ, ਜਿਸ ਨੂੰ ਵੇਖਦਿਆਂ ਹੁਣ ਪਸ਼ੂਆਂ ਦੀ ਬੀਮਾ ਯੋਜਨਾ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਭ ਤੋਂ ਜ਼ਿਆਦਾ ਲੁਧਿਆਣਾ ਵਿੱਚ ਅਤੇ ਫਿਲਹਾਲ ਸਭ ਤੋਂ ਘੱਟ ਮੋਹਾਲੀ ਵਿੱਚ ਇਸ ਸੰਬੰਧੀ ਬੀਮੇ ਕੀਤੇ ਜਾਣਗੇ ਅਤੇ ਆਉਂਦੇ ਵਰ੍ਹੇ ਦੌਰਾਨ ਇਸ ਨੂੰ ਹੋਰ ਵੱਡੇ ਪੱਧਰ ਉੱਤੇ ਇਸ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਸੋ ਇੱਕ ਨਵੀਂ ਪਹਿਲ ਕਦਮੀ ਹੋ ਰਹੀ ਹੈ ਕਿ ਪੰਜਾਬ ਵਿੱਚ ਪਸ਼ੂਆਂ ਲਈ ਵੀ ਬੀਮਾ ਯੋਜਨਾ ਲਿਆਂਦੀ ਜਾ ਰਹੀ ਹੈ ਤਾਂ ਜੋ ਪਸ਼ੂ ਪਾਲਕਾਂ ਦਾ ਨੁਕਸਾਨ ਘਟਾਇਆ ਜਾ ਸਕੇ। ਪ੍ਰਮੁੱਖ ਤੌਰ 'ਤੇ ਆਪਾਂ ਗੱਲ ਕੀਤੀ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਦੇ ਤਾਜ਼ਾ ਪ੍ਰੋਗਰਾਮ ਦੀ, ਜਿਸ ਤਹਿਤ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਹ ਸੱਦਾ ਅਤੇ ਉਹ ਪ੍ਰੋਗਰਾਮ ਜਿਹੜੇ ਪਿਛਲੇ ਸਾਲ ਤੋਂ ਹੀ ਚਰਚਾ ਵਿੱਚ ਆਉਣੇ ਸ਼ੁਰੂ ਹੋ ਗਏ ਸੀ। ਕਿਸਾਨੀ ਮੰਗਾਂ ਦੀ ਅਤੇ ਕਿਸਾਨੀ ਸੰਘਰਸ਼ ਦੀ ਇਸ ਵੇਲੇ ਹੁਣ ਜੋ ਮੁੜ ਗੂੰਜ ਪੈਣ ਲੱਗੀ ਹੈ। ਦਿੱਲੀ ਵਿਖੇ ਕਿਸਾਨ ਅੰਦੋਲਨ ਲੱਗਾ ਸੀ ਅੱਜ ਤੋਂ 4 ਸਾਲ ਪਹਿਲਾਂ, ਸਾਲ 2020 ਦੇ ਮਗਰਲੇ ਦਿਨਾਂ ਦੌਰਾਨ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ। ਉਸੇ ਤਰੀਕੇ ਦਾ ਸੱਦਾ ਹੁਣ ਇੱਕ ਵਾਰ ਫੇਰ ਦੇ ਦਿੱਤਾ ਗਿਆ ਕਿ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨਗੀਆਂ, ਮਜ਼ਦੂਰ ਜਥੇਬੰਦੀਆਂ ਵੀ ਨਾਲ ਕੂਚ ਕਰਨਗੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਏਕੇ ਦੀ ਕਵਾਇਦ ਆਰੰਭੀ ਗਈ ਸੀ ਉਹ ਵੀ ਨਜ਼ਰ ਆ ਰਹੀ ਹੈ। ਕੁਝ ਇੱਕ ਦੋ ਜਥੇਬੰਦੀਆਂ ਅਤੇ ਆਗੂ ਹਾਲੇ ਵਿੱਚ ਆਉਣੇ ਬਾਕੀ ਨੇ, ਬਾਕੀਆਂ ਵੱਲੋਂ ਲਗਭਗ ਮੁੜ ਏਕਾ ਕੀਤਾ ਗਿਆ ਅਤੇ ਇਸ ਏਕੇ ਦੀ ਕਵਾਇਦ ਵੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਕਿਉਂਕਿ ਕਿਸਾਨ ਧਿਰਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਦੇ ਏਕੇ ਵਿੱਚ ਨਾ ਹੋਣ ਕਾਰਨ ਗੱਲ ਕਿਸੇ ਬੰਨੇ ਤੁਰਦੀ ਵਿਖਾਈ ਨਹੀਂ ਦੇ ਰਹੀ ਸੀ ਅਤੇ ਜੇਕਰ ਉਹਨਾਂ ਦੀਆਂ ਮੰਗਾਂ ਸੰਬੰਧੀ ਗੱਲ ਵੱਡੇ ਪੱਧਰ ਉੱਤੇ ਹੋਣੀ ਸੀ ਤਾਂ ਉਹਦੇ ਲਈ ਉਹਨਾਂ ਦਾ ਇਕੱਠੇ ਹੋਣਾ ਵੀ ਜ਼ਰੂਰੀ ਸੀ ਅਤੇ ਸ਼ਾਇਦ ਇਸੇ ਕਰਕੇ ਉਹ ਮੁੜ ਤੋਂ ਇਕੱਠੇ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ। ਅਤੇ ਇਸੇ ਏਕੇ ਤਹਿਤ ਮੀਟਿੰਗ ਵੀ ਹੋਈ ਚੰਡੀਗੜ੍ਹ ਵਿਖੇ, ਤਾਜ਼ਾ ਮੀਟਿੰਗ, ਕੁਝ ਮੁੱਦਿਆਂ 'ਤੇ ਸਹਿਮਤੀ ਬਣੀ ਅਤੇ ਇਸ ਦੇ ਬਾਵਜੂਦ ਜਿਹੜਾ ਦਿੱਲੀ ਕੂਚ ਦਾ
ਪ੍ਰੋਗਰਾਮ ਤੇ ਸੱਦਾ ਦਿੱਤਾ ਗਿਆ ਸੀ ਉਸ ਨੂੰ ਵੀ ਕਾਇਮ ਰੱਖਿਆ ਗਿਆ। ਤੇ ਗੱਲ ਇਹ ਵੀ ਹੁੰਦੀ ਰਹੀ ਹੈ ਕਿ ਕਿਸਾਨ ਅੰਦੋਲਨ 2 ਕਿਸਾਨ ਅੰਦੋਲਨ ਭਾਗ ਦੂਜਾ ਵਰਗੀ ਤਿਆਰੀ ਕੀਤੀ ਜਾ ਰਹੀ ਹੈ। ਉਸੇ ਤਰ੍ਹਾਂ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਿਆ ਜਾਵੇਗਾ ਤੇ ਕਿਸਾਨੀ ਮੰਗਾਂ ਦੀ ਗੱਲ ਜਿਹੜੀ ਆ ਉਹ ਕੌਮੀ ਪੱਧਰ ਉੱਤੇ ਉਠਾਈ ਜਾਵੇਗੀ। ਇਹ ਚੀਜ਼ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਕਹੀ ਜਾਂਦੀ ਰਹੀ ਹੈ। ਵੱਖ-ਵੱਖ ਕਿਸਾਨੀ ਮਜ਼ਦੂਰ ਯੂਨੀਅਨ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੋਹਾਂ ਦੇ ਮੂਹਰੇ ਰੱਖਿਆ ਜਾਂਦਾ ਰਿਹਾ ਹੈ। ਤੇ ਖਾਸ ਕਰ ਦਿੱਲੀ ਤੋਂ ਜਦੋਂ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਵਾਪਸੀ ਹੋਈ ਸੀ ਤਾਂ ਉਸ ਵੇਲੇ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਜਿਨ੍ਹਾਂ ਸੰਬੰਧੀ ਹਾਲੇ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਪੂਰਤੀ ਹਾਲੇ ਹੋਣੀ ਬਾਕੀ ਹੈ, ਉਹਨਾਂ ਚੀਜ਼ਾਂ ਨੂੰ ਦੁਬਾਰਾ ਉਠਾਇਆ ਜਾਵੇਗਾ। ਤੇ ਇਸ ਸੰਬੰਧੀ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਨਾਲ ਦੀ ਨਾਲ ਤਿਆਰੀ ਦਿੱਲੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹੋ ਰਹੀ ਹੈ। ਤੇ 4 ਦਿਨ ਪਹਿਲਾਂ ਹੀ ਵੱਖ-ਵੱਖ ਟ੍ਰੈਫਿਕ ਰੂਟ ਡਾਇਵਰਟ ਕਰਨ ਅਤੇ ਬੈਰੀਕੇਡਿੰਗ ਦਾ ਕੰਮ ਸ਼ੁਰੂ ਹੋ ਗਿਆ। ਖਾਸ ਤੌਰ ਤੇ ਹਰਿਆਣਾ, ਦਿੱਲੀ ਤੇ ਦਿੱਲੀ ਤੋਂ ਰਾਜਸਥਾਨ ਦੇ ਨਾਲ ਜਿਹੜੇ ਸਰਹੱਦੀ ਇਲਾਕੇ ਨੇ ਤੇ ਜੋ ਐਂਟਰੀ ਪੁਆਇੰਟ ਨੇ ਉਹਨਾਂ ਉੱਤੇ ਵੀ ਕਾਫੀ ਥਾਵਾਂ ਉੱਤੇ ਪੁਲਿਸ ਪ੍ਰਸ਼ਾਸਨ ਮੁਸਤੈਦ ਨਜ਼ਰ ਆ ਰਿਹਾ ਹੈ। ਸੋ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਵੀ ਗੱਲ ਨਾਲੋਂ ਨਾਲ ਹੋ ਰਹੀ ਹੈ ਤੇ ਤਿਆਰੀਆਂ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਨੇ ਉੱਤਰੀ ਭਾਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਉਹਨਾਂ ਦੇ ਆਉਣ ਦੀ ਜੋ ਗੱਲ ਕਹੀ ਜਾ ਰਹੀ ਹੈ, ਇਸੇ ਤਰ੍ਹਾਂ ਦਿੱਲੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੀ ਤਿਆਰੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਸੋ ਤਿਆਰੀਆਂ ਦੋਹਾਂ ਬੰਨੇ ਚੱਲ ਰਹੀਆਂ ਨੇ ਤੇ ਹੁਣ ਵੇਖਣਾ ਹੈ ਕਿ 13 ਤਰੀਕ ਦਾ ਜੋ ਸੱਦਾ ਦਿੱਤਾ ਗਿਆ ਉਸ ਮੌਕੇ ਕਿਹੋ ਜਿਹੇ ਦ੍ਰਿਸ਼ ਬਣਦੇ ਨੇ, ਕੀ ਕਵਾਇਦ ਹੁੰਦੀ ਹੈ, ਕਿ ਉਸ ਤੋਂ ਪਹਿਲਾਂ ਗੱਲਬਾਤ ਦਾ ਕੋਈ ਹੋਰ ਦੌਰ ਵੀ ਚੱਲਦਾ ਹੈ ਜਾਂ ਕੋਈ ਹੋਰ ਪਹਿਲ ਕਦਮੀ ਹੁੰਦੀ ਹੈ ਕਿ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢ ਲਿਆ ਜਾਵੇ ਜਾਂ ਕਿਸੇ ਹੋਰ ਸਾਂਝੇ ਨੁਕਤੇ ਉੱਤੇ ਕੋਈ ਗੱਲ ਬਣਦੀ ਹੈ, ਕੋਈ ਸਹਿਮਤੀ ਬਣਦੀ ਹੈ। ਇਹ ਵੀ ਇੱਕ ਨੁਕਤਾ ਹੈ ਜੋ ਆਉਂਦੇ ਦਿਨਾਂ ਦੌਰਾਨ ਵੇਖਣ ਵਾਲਾ ਹੋਵੇਗਾ। ਸੋ ਕਾਫੀ ਕੁਝ ਇਸ ਬੰਨੇ ਆਉਂਦੇ ਦਿਨਾਂ ਦੌਰਾਨ ਖਾਸ ਕਰ 13 ਫਰਵਰੀ ਤੱਕ ਗਹਿਮਾ ਗਹਿਮੀ ਬਣੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਬੰਧੀ ਸੱਦਾ ਦਿੱਤਾ ਗਿਆ ਸੀ ਕਿਸਾਨ ਅੰਦੋਲਨ 2 ਦਾ ਮੁੜ ਦਿੱਲੀ ਕੂਚ ਕਰਨ ਦਾ, ਜਿਸ ਦੀ ਗੂੰਜ ਜਿਵੇਂ ਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਪਿਛਲੇ ਸਾਲ ਤੋਂ ਹੀ ਪੈ ਰਹੀ ਹੈ। ਪਿਛਲੇ ਸਾਲ ਦੇ ਮਗਰਲੇ ਮਹੀਨਿਆਂ ਤੋਂ ਹੀ ਫਰਵਰੀ ਤੱਕ ਦੇ ਪ੍ਰੋਗਰਾਮ ਦੇ ਦਿੱਤੇ ਗਏ ਨੇ ਤੇ ਉਸੇ ਤਹਿਤ 13 ਫਰਵਰੀ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ, ਦੀ ਕਾਲ ਦਿੱਤੀ ਗਈ ਸੀ। ਸੋ ਇਹ ਸੀ ਗੱਲ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ, ਇਸ ਮੁੱਦੇ ਹੋ ਰਹੀ ਤਾਜ਼ਾ ਗੱਲਬਾਤ ਦੀ ਤੇ ਜੋ ਤਾਜ਼ਾ ਕਵਾਇਦ ਹੋ ਰਹੀ ਹੈ। ਮੀਟਿੰਗ ਵੀ ਹੋਈ ਹੈ, ਕੁਝ ਚੀਜ਼ਾਂ ਉੱਤੇ ਸਹਿਮਤੀ ਬਣੀ ਹੈ, ਪਰ 13 ਤਰੀਕ ਦਾ ਪ੍ਰੋਗਰਾਮ ਜਿਹੜਾ ਉਹ ਵੱਡਾ ਪ੍ਰੋਗਰਾਮ ਹਾਲੇ ਵੀ ਕਾਇਮ ਨਜ਼ਰ ਆਉਂਦਾ ਹੈ। ਇਸ ਨਾਲ ਹੀ ਅੱਜ ਦੀ ਇਸ ਗੱਲਬਾਤ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ। ਅੱਜ ਦੇ ਵਿਸ਼ਿਆਂ ਸੰਬੰਧੀ ਜਾਣਕਾਰੀ ਇੱਥੇ ਮੁਕੰਮਲ ਹੁੰਦੀ ਹੈ ਤੇ ਇਸੇ ਤਰ੍ਹਾਂ ਅਗਲੇ ਅੰਕ ਵਿੱਚ ਵੀ ਹੋਰ ਵਿਸ਼ਾ ਲੈ ਕੇ ਨਵੇਂ ਜਾਣਕਾਰੀ ਨਵੇਂ ਨੁਕਤਿਆਂ ਸਮੇਤ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਇਹ ਸੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਚੈਨਲ ਉੱਪਰ ਵੇਖ ਅਤੇ ਸੁਣ ਰਹੇ ਸੀ। ਅੱਜ ਦੀ ਸਮੁੱਚੀ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪੋ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਤੇ ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮਾਂ ਦੇ ਲਈ ਤਾਜ਼ਾ ਵਿਸ਼ਿਆਂ ਲਈ ਇਸੇ ਤਰ੍ਹਾਂ ਵੇਖਦੇ ਰਹੋ ਦ ਪੰਜਾਬ ਟਾਕਸ। ਵਧੇਰੇ ਜਾਣਕਾਰੀ ਲਈ ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਤਾਂ ਕਿ ਸਾਰੀ ਜਾਣਕਾਰੀ ਨਾਲੋਂ ਨਾਲ ਵੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਇਸ ਤਾਜ਼ਾ ਅੰਕ ਵਿੱਚ ਇੰਨਾ ਹੀ। ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਨਵੇਂ ਵਿਸ਼ੇ ਲੈ ਕੇ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ। ਅੱਜ ਦੇ ਇਸ ਵਿਸ਼ੇ ਸੰਬੰਧੀ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਵੇਖਦੇ ਰਹੋ ਦ ਪੰਜਾਬ ਟਾਕਸ।